स्वागत करते हैं 7.5 दशकों का इस खास पेशकश के विच अनलॉक 1 ਦੇ ਵਿੱਚ ਸਰਕਾਰਾਂ ਵੱਲੋਂ ਛੋਟ ਦੇ ਦਿੱਤੀ ਗਈ ਹੈ ਧਾਰਮਿਕ ਸਥਾਨ ਖੋਲ੍ਹਣ ਦੀ। ਅੱਜ ਅਸੀਂ ਮੌਜੂਦ ਹਾਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ, ਜਿੱਥੇ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਨੇ ਸੰਗਤ ਦੇ ਵਾਸਤੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਅੱਜ ਧਾਰਮਿਕ ਸਥਾਨ ਖੋਲ੍ਹ ਦਿੱਤੇ ਗਏ ਨੇ, ਪਰ ਮੈਨੇਜਮੈਂਟ ਵੱਲੋਂ ਵੀ ਕਾਫੀ ਤਿਆਰੀਆਂ ਇੱਥੇ ਇਸ ਮਹਾਮਾਰੀ ਨੂੰ ਲੈ ਕੇ ਕੀਤੀਆਂ ਗਈਆਂ ਨੇ ਤਾਂ ਕਿ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇਸ ਮਸ਼ੀਨ ਦੀਆਂ ਜਿਹੜੀ ਸੈਨੀਟਾਈਜ਼ਰ ਮਸ਼ੀਨ ਹੈਗੀ ਆ, ਇਸ ਦੇ ਇਹ ਪਹਿਲੇ ਟਨਲ ਸੀਗੀ ਜਿਹੜੀ ਇਹ ਬੜੀ ਛੋਟੀ ਟਨਲ ਸੀਗੀ, ਗੁਰਦੁਆਰਾ ਕਮੇਟੀ ਵੱਲੋਂ ਇੱਥੇ ਪ੍ਰਬੰਧ ਕੀਤੇ ਗਏ ਸੀਗੇ। ਇਸ ਛੋਟੀ ਟਨਲ ਦੇ ਵਿੱਚ 21 ਬੰਦਾ ਨਿਕਲ ਸਕਦਾ ਸੀਗਾ। ਇਹ ਟਨਲ ਪੂਰੀ ਬਾਡੀ ਨੂੰ ਸੈਨੀਟਾਈਜ਼ ਕਰਦੀ ਸੀ, ਉਸ ਤੋਂ ਬਾਅਦ ਬੰਦਾ ਜਾਂ ਸੰਗਤ ਅੱਗੇ ਜਾ ਸਕਦੀ ਸੀਗੀ। ਪਰ ਹੁਣ ਇਹਦਾ ਸਾਈਜ਼ ਵਧਾ ਦਿੱਤਾ ਗਿਆ, ਇਹਦੇ ਅੰਦਰੋਂ 2 ਜਾਣੇ ਇੱਕ ਵਾਰ ਦੇ ਵਿੱਚ ਨਿਕਲ ਸਕਦੇ ਨੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਪੂਰੀ ਬਾਡੀ ਨੂੰ ਇਹ ਟਨਲ ਸੈਨੀਟਾਈਜ਼ ਕਰੇਗੀ, ਜਿਹਦੇ ਉੱਪਰ ਲਿਖਿਆ ਗਿਆ ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਸੋ ਇਹ ਟਨਲ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ, ਇੱਥੇ ਇਹ ਸੈਨੀਟਾਈਜ਼ ਪੂਰੀ ਬਾਡੀ ਨੂੰ ਕਰੇਗੀ। ਉਸ ਤੋਂ ਬਾਅਦ ਹੀ ਸੰਗਤ ਜਿਹੜੀ ਹੈ ਅੰਦਰ ਜਾ ਸਕੇਗੀ ਤਾਂ ਕਿ ਕੋਈ ਵੀ ਜਿਹੜਾ ਥੋੜੀ ਬਹੁਤ ਵੀ ਮਹਾਮਾਰੀ ਜਿਹੜੀ ਹੈ ਚੱਲ ਰਹੀ ਹੈ ਉਸ ਦਾ ਕੀਟਾਣੂ ਅੰਦਰ ਨਾ ਜਾ ਸਕੇ ਸੰਗਤ ਦੇ ਵਿੱਚ। ਸੋ ਮੈਂ ਤੁਹਾਡੇ ਨਾਲ ਹੋਰ ਵੀ ਅੰਦਰ ਦੀਆਂ ਤਸਵੀਰਾਂ ਸਾਂਝੀਆਂ ਕਰਾਂਗਾ ਕਿ ਕਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇੱਥੇ ਪ੍ਰਬੰਧ ਕੀਤੇ ਗਏ ਨੇ। ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਇੱਥੇ ਬੋਰਡ ਵੀ ਲਾਏ ਗਏ ਨੇ ਕਿ ਕਿਸ ਤਰ੍ਹਾਂ ਦਾ ਤੁਸੀਂ ਨਿਯਮਾਂ ਦਾ ਪਾਲਣ ਕਰਨਾ ਹੈ, ਮਾਸਕ ਪਾ ਕੇ ਰੱਖਣਾ ਹੈ, ਤੁਸੀਂ ਸੈਨੀਟਾਈਜ਼ਰ ਯੂਜ਼ ਕਰਨਾ ਹੈ। ਅਗਰ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਜਾ ਰਹੇ ਹੋ ਦਰਸ਼ਨ ਕਰਨ ਵਾਸਤੇ ਤਾਂ ਮਾਸਕ ਨਹੀਂ ਉਤਾਰਨਾ। ਕਈ ਵਾਰੀ ਸੰਗਤ ਮਾਸਕ ਉਤਾਰ ਕੇ ਤੇ ਅੰਦਰ ਦਰਸ਼ਨ ਕਰਨ ਜਾਂਦੀ ਹੈ ਤਾਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਸਰਕਾਰਾਂ ਵੱਲੋਂ ਕਿ ਤੁਸੀਂ ਜਿਹੜਾ ਮਾਸਕ ਹੈ ਉਹ ਪਾ ਕੇ ਰੱਖਣਾ, ਉਸ ਤੋਂ ਬਾਅਦ ਹੀ ਤੁਹਾਨੂੰ ਅੰਦਰ ਇਜਾਜ਼ਤ ਦਿੱਤੀ ਜਾਏਗੀ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇੱਥੇ ਹਰੇਕ ਚੀਜ਼ ਦੇ ਪ੍ਰਬੰਧ ਕੀਤੇ ਗਏ ਨੇ। ਇੱਥੇ ਸੇਵਾਦਾਰ ਇੱਕ ਖੜਾ ਕਰ ਦਿੱਤਾ ਗਿਆ ਜਿਹੜਾ ਸੈਨੀਟਾਈਜ਼ ਕਰਵਾਏਗਾ ਹੱਥਾਂ ਨੂੰ। ਤੁਸੀਂ ਆਪਣੇ ਆਪ ਇਹਦੇ ਪੈਰ ਨਹੀਂ ਲਗਾਉਣਾ, ਕਿਉਂਕਿ ਹਰੇਕ ਬੰਦਾ ਸੰਗਤ ਬਾਹਰੋਂ ਆ ਰਹੀ ਹੈ ਤੇ ਇੱਥੇ ਪੈਰ ਲਗਾ ਰਹੀ ਹੈ, ਇਸ ਲਈ ਬਕਾਇਦਾ ਇੱਥੇ ਇੱਕ ਸੇਵਾਦਾਰ ਖੜਾ ਕਰ ਦਿੱਤਾ ਗਿਆ ਜਿਹੜਾ ਹੱਥ ਤੁਹਾਡੇ ਸੈਨੀਟਾਈਜ਼ ਕਰਵਾਏਗਾ। ਤੁਸੀਂ ਇਸ ਨੂੰ ਪੈਰ ਨਹੀਂ ਲਗਾਉਣਾ, ਹੱਥ ਸੈਨੀਟਾਈਜ਼ ਕਰਵਾ ਕੇ ਹੀ ਤੁਸੀਂ ਅੱਗੇ ਜਾ ਸਕਦੇ ਹੋ। ਅੱਗੇ ਦੀਆਂ ਮੈਂ ਤੁਹਾਨੂੰ ਤਸਵੀਰਾਂ ਦਿਖਾਵਾਂ ਤੇ ਇੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਹੋਰ ਵੀ ਪ੍ਰਬੰਧ ਕੀਤੇ ਗਏ ਨੇ। ਹਾਲਾਂਕਿ ਸੰਗਤ ਅੱਜ ਦੇ ਦਿਨ ਬਿਲਕੁਲ ਘੱਟ ਹੈਗੀ ਆ, ਲੋਕ ਗੁਰੇਜ਼ ਕਰ ਰਹੇ ਨੇ, ਲੋਕ ਹਲੇ ਰੁਕ ਰਹੇ ਨੇ ਕਿ ਅਸੀਂ ਘਰਾਂ ਦੇ ਅੰਦਰ ਹੀ ਰਹੀਏ। ਤੁਹਾਨੂੰ ਮੈਂ ਦਿਖਾਵਾਂ, ਟੈਂਪਰੇਚਰ ਦੀ ਮਸ਼ੀਨ ਵੀ ਇੱਥੇ ਲਗਾਈ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੱਲੋਂ। ਸੰਗਤ ਜਿਹੜੀ ਵੀ ਇੱਥੇ ਆ ਰਹੀ ਹੈ ਪਹਿਲੇ ਉਹ ਇੱਥੇ ਟੈਂਪਰੇਚਰ ਉਹਦਾ ਦੇਖਿਆ ਜਾਏਗਾ, ਅਗਰ ਉਹ ਲੱਗਦਾ ਹੈ ਕਿ ਅਗਰ ਠੀਕ ਹੈਗਾ ਤਾਂ ਹੀ ਉਹਨੂੰ ਅੰਦਰ ਜਾਣ ਦਿੱਤਾ ਜਾਏਗਾ। ਅਗਰ ਇਹਦੇ ਵਿੱਚ ਟੈਂਪਰੇਚਰ ਜ਼ਿਆਦਾ ਆ ਜਾਂਦਾ, ਅਗਰ ਉਸਨੂੰ ਫੀਵਰ ਲੱਗਦਾ ਹੈ ਕਿ ਸੰਗਤ ਨੂੰ ਉਸ ਬੰਦੇ ਨੂੰ ਫੀਵਰ ਹੈਗਾ, ਤਾਂ ਹੀ ਉਸਨੂੰ ਇੱਥੇ ਰੋਕਿਆ ਜਾਏਗਾ ਤੇ ਉਸਨੂੰ ਅੱਗੇ ਇਲਾਜ ਵਾਸਤੇ ਜਿੱਥੇ ਵੀ ਪ੍ਰੈਫਰ ਕਰ ਦਿੱਤਾ ਜਾਏਗਾ। ਸਾਡੇ ਨਾਲ ਇੱਥੇ ਸੇਵਾਦਾਰ ਵੀ ਮੌਜੂਦ ਹੈਗੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕੀ ਹੋਰ ਇੱਥੇ ਪਾਲਣ ਕੀਤਾ ਜਾ ਰਿਹਾ ਸਰਕਾਰ ਦੇ ਜਿਹੜੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਸਿੰਘ ਸਾਹਿਬ, ਤੁਸੀਂ ਇੱਥੇ ਜਿਹੜੀ ਸੰਗਤ ਆਂਦੀ ਹੈ ਤੁਸੀਂ ਉਹਨੂੰ ਪਹਿਲਾਂ ਇੱਥੇ ਰੋਕਦੇ ਹੋ? ਹਾਂਜੀ ਭਾਈ ਸਾਹਿਬ, ਉਹਨਾਂ ਨੂੰ ਰੋਕ ਕੇ ਪਹਿਲਾਂ ਸੈਨੀਟਾਈਜ਼ਰ ਕਰਾਉਂਦੇ ਨੇ ਮਸ਼ੀਨ ਥੱਲੇ, ਫਿਰ ਉਹਦੇ ਨਾਲ ਟੈਂਪਰੇਚਰ ਚੈੱਕ ਕਰਦੇ ਨੇ। ਜਿਨ੍ਹਾਂ ਕੋਲ ਟੈਂਪਰੇਚਰ ਜ਼ਿਆਦਾ ਹੋਵੇ ਉਹਨਾਂ ਨੂੰ ਨਹੀਂ ਅੰਦਰ ਜਾਣ ਦੇਈਦਾ। ਸੋ ਬਿਲਕੁਲ ਆ ਦੇਖੋ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸੰਗਤ ਦਾ ਧਿਆਨ ਬਿਲਕੁਲ ਰੱਖਿਆ ਜਾ ਰਿਹਾ। ਇੱਥੇ ਟੈਂਪਰੇਚਰ ਚੈੱਕ ਕਰਵਾਇਆ ਜਾਏਗਾ, ਸੈਨੀਟਾਈਜ਼ ਉਹਨਾਂ ਨੂੰ ਕਰਵਾਇਆ ਜਾਏਗਾ। ਅਗਰ ਕਿਸੇ ਕੋਲ ਮਾਸਕ ਨਹੀਂ ਹੈਗਾ ਤੇ ਉਹਨਾਂ ਵਾਸਤੇ ਮਾਸਕ ਵੀ ਇੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਮੁਹੱਈਆ ਕਰਵਾਏ ਜਾਣਗੇ। ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਅਣਗਹਿਲੀ ਨਹੀਂ ਵਰਤੀ ਜਾਏਗੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ। ਸੋ ਹੋਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹਾਂ। ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਹਾਂ। ਗੁਰਦੁਆਰਾ ਸਾਹਿਬ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿੱਦਾਂ ਦੇ ਪ੍ਰਬੰਧ ਕੀਤੇ ਗਏ ਨੇ, ਸੋ ਉਹਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬੰਗਲਾ ਸਾਹਿਬ ਦੇ ਅੰਦਰ ਦੀਆਂ, ਜਿੱਥੇ ਸੰਗਤ ਪਹੁੰਚ ਰਹੀ ਹੈ। ਪਰ ਅੱਜ ਦੇ ਦਿਨ ਸੰਗਤ ਬੜੀ ਥੋੜੀ ਹੈਗੀ ਹੈ, ਕਿਉਂਕਿ ਹਲੇ ਵੀ ਲੋਕ ਗੁਰੇਜ਼ ਕਰ ਰਹੇ ਨੇ ਗੁਰਦੁਆਰਾ ਸਾਹਿਬ ਆਉਣ ਦੇ ਲਈ ਤਾਂ ਕਿ ਇੱਥੇ ਭੀੜ ਨਾ ਲਗਾਈ ਜਾਵੇ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਵੀ ਇੱਥੇ ਪੂਰੇ ਪ੍ਰਬੰਧ ਕੀਤੇ ਗਏ ਨੇ। ਰੇਲਿੰਗਸ ਲਗਾਈਆਂ ਗਈਆਂ ਨੇ, ਡਿਵਾਈਡ ਕੀਤਾ ਗਿਆ ਇਹਨਾਂ ਨੂੰ। ਤੁਸੀਂ ਜਾਓ, ਮੱਥਾ ਟੇਕੋ, ਮੱਥਾ ਟੇਕ ਕੇ ਤੁਸੀਂ ਦੂਜੀ ਸਾਈਡ ਤੋਂ ਬਾਹਰ ਜਾ ਸਕਦੇ ਹੋ। ਬੈਠਣਾ ਨਹੀਂ ਹੈਗਾ। ਦਿੱਲੀ ਸਰਕਾਰਾਂ ਵੱਲੋਂ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਕਿ 20 ਤੋਂ ਜ਼ਿਆਦਾ ਇੱਕ ਵਾਰ ਦੇ ਅੰਦਰ ਸੰਗਤ ਮੱਥਾ ਟੇਕਣ ਨਹੀਂ ਜਾਏਗੀ। ਸੋ ਇੱਥੇ ਬਕਾਇਦਾ ਇੱਥੇ ਸੇਵਾਦਾਰ ਖੜੇ ਕੀਤੇ ਗਏ ਨੇ ਜਿਹੜੇ ਇੱਥੇ ਸੰਗਤ ਨੂੰ ਡਿਵਾਈਡ ਕਰਨਗੇ। ਤੁਸੀਂ 2 ਇੱਧਰ ਭੇਜਣਗੇ, 2 ਇੱਧਰ ਭੇਜਣਗੇ ਤਾਂ ਕਿ ਜਿਹੜੀ ਸੰਗਤ ਹੈ ਉਹ ਇਕੱਠੀ ਨਾ ਹੋ ਸਕੇ। ਸੋਸ਼ਲ ਡਿਸਟੈਂਸਿੰਗ ਦਾ ਇੱਥੇ ਧਿਆਨ ਰੱਖਿਆ ਜਾ ਰਿਹਾ ਬਕਾਇਦਾ ਹਰੇਕ ਜਗ੍ਹਾ। ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਸੇਵਾਦਾਰ ਵੱਲੋਂ ਬਕਾਇਦਾ ਸੈਨੀਟਾਈਜ਼ ਕੀਤਾ ਜਾ ਰਿਹਾ ਹਰੇਕ ਜਗ੍ਹਾ ਨੂੰ ਜਿੱਥੇ ਸੰਗਤ ਹੱਥ ਲਗਾ ਰਹੀ ਹੈ ਤਾਂ ਕਿ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ। ਹਰ ਉਸ ਥਾਂ ਨੂੰ ਥੋੜ੍ਹੀ ਦੇਰ ਬਾਅਦ ਸੈਨੀਟਾਈਜ਼ ਕੀਤਾ ਜਾ ਰਿਹਾ ਤਾਂ ਕਿ ਇਸ ਨੂੰ ਬਚਿਆ ਜਾ ਸਕੇ। ਸੰਗਤ ਇੱਥੇ ਮੱਥਾ ਟੇਕ ਰਹੀ ਹੈ, ਗੁਰੂ ਦੇ ਅੱਗੇ ਨਤਮਸਤਕ ਹੋ ਰਹੀ ਹੈ, ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋ ਰਹੀ ਹੈ। ਉਸ ਤੋਂ ਬਾਅਦ ਸੰਗਤ
ਇੱਥੇ ਮੱਥਾ ਟੇਕਣ ਤੋਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਬੈਠਣ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਵੱਲੋਂ ਵੀ ਔਰ ਸਰਕਾਰਾਂ ਵੱਲੋਂ ਵੀ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਹੈ ਕਿ ਬੈਠਣ ਦੀ ਇਜਾਜ਼ਤ ਨਹੀਂ ਹੈਗੀ, ਕਿਉਂਕਿ ਸੰਗਤ ਕਾਫੀ ਆਏਗੀ ਆਉਣ ਵਾਲੇ ਟਾਈਮ ਦੇ ਵਿੱਚ। ਉਹ ਆਪਣੇ ਮੱਥਾ ਟੇਕੇਗੀ, ਗੁਰੂ ਚਰਨਾਂ ਦੇ ਵਿੱਚ ਨਤਮਸਤਕ ਹੋਏਗੀ। ਉਸ ਤੋਂ ਬਾਅਦ ਸੰਗਤ ਨੂੰ ਬੈਠਣ ਦੀ ਇਜਾਜ਼ਤ ਨਹੀਂ ਹੈ। ਸੋ ਤੁਸੀਂ ਦੇਖ ਸਕਦੇ ਹੋ ਕਦੇ ਉਹ ਵੀ ਸਮਾਂ ਹੁੰਦਾ ਸੀਗਾ ਜਦੋਂ ਇੱਥੇ ਸੰਗਤ ਭਰੀ ਰਹਿੰਦੀ ਸੀਗੀ ਤੇ ਅੱਜ ਉਹੀ ਸਥਾਨ ਖਾਲੀ ਪਿਆ ਹੈਗਾ, ਕਿਉਂਕਿ ਕਰੋਨਾ ਮਹਾਮਾਰੀ ਦਾ ਕਹਿਰ ਅੱਜ ਵੀ ਜਾਰੀ ਹੈਗਾ। ਤਸਵੀਰਾਂ ਤੁਹਾਨੂੰ ਦਿਖਾਵਾਂਗਾ। ਇੱਥੇ ਬਕਾਇਦਾ ਇੱਥੇ ਸੇਵਾਦਾਰ ਖੜੇ ਕੀਤੇ ਗਏ ਨੇ। ਅਗਰ ਕੋਈ ਇੱਥੇ ਨੇੜੇ ਤੇੜੇ ਕੋਈ ਬੈਠ ਵੀ ਸਕਦਾ ਬੈਠੇਗਾ ਤੇ ਉਹਨਾਂ ਨੂੰ ਉਠਾ ਕੇ ਬਾਹਰ ਭੇਜ ਦਿੱਤਾ ਜਾਏਗਾ। ਸੋ ਇੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦੋ ਚੀਜ਼ਾਂ ਜ਼ਰੂਰ ਬੰਦ ਕਰ ਦਿੱਤੀਆਂ ਗਈਆਂ ਨੇ। ਇੱਕ ਮੈਂ ਤਸਵੀਰਾਂ ਸਾਂਝੀਆਂ ਕਰਾਵਾਂਗਾ ਸਰੋਵਰ ਦੀਆਂ, ਕਿਉਂਕਿ ਸਰੋਵਰ ਦੇ ਵਿੱਚ ਜੋ ਵੀ ਕੋਈ ਵੀ ਜਾਂਦਾ ਸੀ, ਇਸ਼ਨਾਨ ਕਰਦਾ ਸੀ, ਆਪਣੇ ਪਾਪ ਇੱਥੇ ਧੋਂਦਾ ਹੁੰਦਾ ਸੀਗਾ। ਇੱਕ ਤੇ ਸਰੋਵਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਨਹੀਂ ਖੋਲ੍ਹਿਆ ਗਿਆ। ਬਕਾਇਦਾ ਇੱਥੇ ਫੱਟੀਆਂ ਲਾ ਦਿੱਤੀਆਂ ਗਈਆਂ ਨੇ। ਨੋਵਲ ਕਰੋਨਾ ਵਾਇਰਸ ਕੋਵਿਡ-19 ਦੇ ਮੱਦੇਨਜ਼ਰ ਸੰਗਤ ਪ੍ਰਤੀ ਬੇਨਤੀ ਹੈ ਕਿ ਦੂਰ ਤੋਂ ਹੀ ਦਰਸ਼ਨ ਕਰਨ ਦੀ ਕਿਰਪਾਲਤਾ ਕਰੋ ਜੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਰੋਵਰ ਹਲੇ ਸੰਗਤ ਵਾਸਤੇ ਨਹੀਂ ਖੋਲ੍ਹਿਆ ਗਿਆ, ਕਿਉਂਕਿ ਸਰੋਵਰ ਦੇ ਵਿੱਚੋਂ ਸੰਗਤ ਜਲ ਛਕਦੀ ਹੁੰਦੀ ਸੀ, ਇੱਥੇ ਇਸ਼ਨਾਨ ਕਰਦੀ ਹੁੰਦੀ ਸੀ ਤੇ ਹਲੇ ਕਰੋਨਾ ਵਾਇਰਸ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਸਰੋਵਰ ਹਲੇ ਸੰਗਤ ਵਾਸਤੇ ਨਹੀਂ ਖੋਲ੍ਹਿਆ ਗਿਆ। ਦੂਜੇ ਪਾਸੇ ਮੈਂ ਦੂਜੀ ਗੱਲ ਕਰਾਂ, ਨਿਸ਼ਾਨ ਸਾਹਿਬ ਦੀ, ਜਿਹੜਾ ਇੱਕ ਨਿਸ਼ਾਨ ਹੈਗਾ ਕਿ ਇੱਥੇ ਗੁਰਦੁਆਰਾ ਸਾਹਿਬ ਹੈਗਾ। ਦੂਰੋਂ ਹੀ ਸੰਗਤ ਜੇ ਕਿਤੇ ਹੋਵੇ ਜਾਂ ਉਸ ਨੂੰ ਗੁਰਦੁਆਰਾ ਸਾਹਿਬ ਦਾ ਪਤਾ ਕਰਨਾ ਹੋਵੇ ਤਾਂ ਨਿਸ਼ਾਨ ਸਾਹਿਬ ਦੇ ਨਾਲ ਪਤਾ ਲੱਗ ਜਾਂਦਾ ਕਿ ਗੁਰਦੁਆਰਾ ਸਾਹਿਬ ਇਸ ਥਾਂ 'ਤੇ ਸਥਾਪਿਤ ਹੈਗਾ। ਨਿਸ਼ਾਨ ਸਾਹਿਬ ਸੰਗਤ ਨੂੰ ਬੋਲਿਆ ਗਿਆ ਕਿ ਤੁਸੀਂ ਦੂਰੋਂ ਹੀ ਦਰਸ਼ਨ ਕਰੋ, ਕਿਉਂਕਿ ਨਿਸ਼ਾਨ ਸਾਹਿਬ 'ਤੇ ਵੀ ਕਈ ਸੰਗਤ ਮੱਥਾ ਟੇਕਦੀ ਹੈ। ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਉੱਥੇ ਵੀ ਇਹੀ ਸੇਮ ਤਖਤੀ ਟੰਗੀ ਗਈ ਹੈ ਕਿ ਤੁਸੀਂ ਨਿਸ਼ਾਨ ਸਾਹਿਬ ਨੂੰ ਹੱਥ ਨਹੀਂ ਲਾਉਣਾ। ਅਗਰ ਤੁਸੀਂ ਪ੍ਰਕਰਮਾ ਨਿਸ਼ਾਨ ਸਾਹਿਬ ਦੀਆਂ ਕਰਨੀਆਂ ਨੇ ਤੇ ਤੁਸੀਂ ਦੂਰੋਂ ਹੀ ਰਹਿ ਕੇ ਉਸ ਦੀਆਂ ਪ੍ਰਕਰਮਾ ਕਰੋ, ਉਸ ਦੇ ਉੱਤੇ ਮੱਥਾ ਟੇਕੋ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਬੰਧ ਇੱਥੇ ਪੂਰੇ ਕੀਤੇ ਗਏ ਨੇ, ਪਰ ਇੱਥੇ ਇੱਕ ਚੀਜ਼ ਦੇਖਣ ਵਾਲੀ ਜ਼ਰੂਰ ਹੈਗੀ ਹੈ। ਸਰਕਾਰਾਂ ਵੱਲੋਂ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸੀਗੀਆਂ ਕਿ ਕਿਸੇ ਵੀ ਤਰ੍ਹਾਂ ਦਾ ਪ੍ਰਸ਼ਾਦ ਜਾਂ ਫਿਰ ਕਿਸੇ ਵੀ ਤਰੀਕੇ ਦੇ ਕੋਈ ਜਲ ਸੰਗਤ ਨੂੰ ਨਹੀਂ ਦਿੱਤਾ ਜਾਵੇਗਾ। ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਉੱਥੇ ਪ੍ਰਸ਼ਾਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਹਾ ਗਿਆ ਕਿ ਤੁਸੀਂ ਸੰਗਤ ਨੂੰ ਵਰਤਾਓ। ਤਾਂ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦ ਬਕਾਇਦਾ ਸੰਗਤ ਨੂੰ ਦਿੱਤਾ ਜਾ ਰਿਹਾ, ਤੇ ਦੂਜੇ ਪਾਸੇ ਦੇਖੀਏ ਤੇ ਉੱਥੇ ਜਲ ਵੀ ਸੰਗਤ ਨੂੰ ਇੱਥੇ ਪਿਆਇਆ ਜਾ ਰਿਹਾ। ਗੁਰਦੁਆਰਾ ਬੰਗਲਾ ਸਾਹਿਬ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਸੋ ਇਹ ਸੁਨੇਹਾ ਬਾਰ-ਬਾਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਤਾ ਜਾ ਰਿਹਾ। ਬਕਾਇਦਾ ਬੋਰਡ ਲਗਾਏ ਗਏ ਨੇ ਇੱਥੇ, ਤੁਸੀਂ ਬੋਰਡ ਦੀਆਂ ਤਸਵੀਰਾਂ ਦੇਖ ਸਕਦੇ ਹੋ। ਸੰਗਤ ਨੂੰ ਬੇਨਤੀ ਹੈ ਕਿ ਸੇਵਾਦਾਰਾਂ ਨੂੰ ਪ੍ਰਬੰਧ ਵਿੱਚ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਜੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੋਵਲ ਕਰੋਨਾ ਵਾਇਰਸ ਕੋਵਿਡ-19 ਦੇ ਮੱਦੇਨਜ਼ਰ ਤੁਹਾਨੂੰ ਇੱਥੇ ਜਿਹੜਾ ਸੇਵਾਦਾਰਾਂ ਦੇ ਜਿਹੜੇ ਇੱਥੇ ਪ੍ਰਬੰਧ ਕੀਤੇ ਗਏ ਸੇਵਾਦਾਰਾਂ ਵੱਲੋਂ ਉਹਨਾਂ ਨੂੰ ਸਹਿਯੋਗ ਦੇਣਾ ਪਏਗਾ, ਤਾਂ ਹੀ ਇਸ ਮਹਾਮਾਰੀ ਤੋਂ ਬਚਿਆ ਜਾ ਸਕਦਾ। ਕਿਉਂਕਿ ਕਈ ਵਾਰੀ ਸੰਗਤ ਇੱਥੇ ਆਉਂਦੀ ਹੈ, ਕਿੰਤੂ ਪਰੰਤੂ ਕਰਦੀ ਹੈ, ਬਹਿਸ ਕਰਨ ਲੱਗਦੀ ਹੈ ਕਿ ਤੁਸੀਂ ਸਾਡੇ ਲਈ ਇਹ ਆਦੇਸ਼ ਕਿਉਂ ਜਾਰੀ ਕੀਤੇ ਹੋਏ ਨੇ, ਅਸੀਂ ਬਿਲਕੁਲ ਠੀਕ ਹੈਗੇ ਹਾਂ, ਸਾਰੇ ਠੀਕ ਹੈਗੇ ਹਾਂ, ਸਭ ਠੀਕ ਹੈਗੇ ਨੇ। ਪਰ ਇਸ ਦੇ ਵਿੱਚ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਕਿਸੇ ਨੂੰ ਨਹੀਂ ਪਤਾ ਕਿ ਇਹ ਜਿਹੜਾ ਕੀਟਾਣੂ ਹੈਗਾ ਕੌਣ ਅੰਦਰ ਲੈ ਕੇ ਆ ਰਿਹਾ। ਬਕਾਇਦਾ ਪ੍ਰਬੰਧ ਜ਼ਰੂਰ ਕੀਤੇ ਗਏ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਸਾਨੂੰ ਧਿਆਨ ਰੱਖਣਾ ਪਏਗਾ ਕਿ ਸਾਡੇ ਤੋਂ ਕੋਈ ਵੀ ਜਾਂ ਫਿਰ ਕੋਈ ਵੀ ਕੀਟਾਣੂ ਹੈ ਜਾਂ ਅੰਦਰ ਨਾ ਆ ਸਕੇ। ਸਾਡੇ ਨਾਲ ਇੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮੌਜੂਦ ਨੇ, ਸਰਦਾਰ ਮਨਜਿੰਦਰ ਸਿੰਘ ਸਿਰਸਾ। ਸਿਰਸਾ ਸਾਹਿਬ, ਅੱਜ ਤੋਂ ਜਿਹੜੇ ਹੈਗੇ ਗੁਰਧਾਮ ਖੋਲ ਦਿੱਤੇ ਗਏ ਨੇ, ਪਰ ਸੰਗਤ ਹਲੇ ਆਣੀ ਹਲੇ ਇੰਨੀ ਸ਼ੁਰੂ ਨਹੀਂ ਹੋਈ। ਦੇਖੋ, ਸੰਗਤ ਪਿਛਲੇ 2.5 ਮਹੀਨਿਆਂ ਤੋਂ ਨੈਗੇਟਿਵ ਗੱਲਾਂ ਸੁਣ ਕੇ ਉਹ ਡਰ ਗਈ ਆ। ਅਜੇ ਵੀ ਸੰਗਤ ਦੇ ਮਨ 'ਚ ਬਹੁਤ ਡਰ ਆ, ਖੌਫ ਆ। ਵਰਨਾ ਇਹ ਜਗ੍ਹਾ ਦੇ ਉੱਤੇ ਖੜੇ ਹੋਣ ਦੀ ਜਗ੍ਹਾ ਨਹੀਂ ਹੁੰਦੀ ਸੀਗੀ, ਔਰ ਜਿਹੜੀ ਹਜ਼ਾਰਾਂ ਸੰਗਤ ਦਰਸ਼ਨ ਕਰਨ ਆਉਂਦੀ ਸੀਗੀ। ਪਰ ਇਹ ਵੀ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਇਹੀ ਉਹ ਸਥਾਨ ਨੇ ਜਿਹੜੇ ਸਾਨੂੰ ਤਾਕਤ ਦਿੰਦੇ ਨੇ, ਸਾਨੂੰ ਇਸ ਲੜਾਈ ਲੜਨ ਦੀ ਹਿੰਮਤ ਦਿੰਦੇ ਨੇ। ਜਦੋਂ ਤੱਕ ਸਰਕਾਰ ਨੇ ਕਿਹਾ ਸੀ, ਅਸੀਂ ਖੁਦ ਸੰਗਤ ਨੂੰ ਕਹਿੰਦੇ ਸੀਗੇ ਕਿ ਨਾ ਆਓ, ਕਿਉਂਕਿ ਸਰਕਾਰ ਦੀ ਹਦਾਇਤ ਆ।
ਹੁਣ ਸਰਕਾਰ ਨੇ ਜਦੋਂ ਖੋਲ੍ਹ ਦਿੱਤਾ ਹੈ ਤਾਂ ਕੋਈ ਡਰ ਵਾਲੀ ਗੱਲ ਨਹੀਂ। ਗੁਰੂ ਸਾਹਿਬ ਨੇ ਆਪ ਹੀ ਕਿਰਪਾ ਕਰਨੀ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਦਰ ਤੇ ਕਾਹਦਾ ਡਰ ਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਤਸਵੀਰਾਂ ਹੁਣੇ ਸਾਂਝੀਆਂ ਕੀਤੀਆਂ। ਪ੍ਰਬੰਧ ਪੂਰੇ ਕੀਤੇ ਗਏ ਨੇ। ਤੁਸੀਂ ਟਨਲ ਪਹਿਲੇ ਜਿਹੜੀ ਲਾਈ ਗਈ ਸੀ ਉਹਦੇ ਵਿੱਚੋਂ ਇੱਕ ਹੀ ਬੰਦਾ ਪਾਸ ਹੁੰਦਾ ਸੀ ਜਿਹਦੇ ਸੈਨੀਟਾਈਜ਼ ਕਰਦਾ ਸੀ। ਅੱਜ ਟਨਲ ਵੀ ਦੇਖ ਰਹੇ ਹਾਂ ਅਸੀਂ ਕਿ ਵੱਡੀ ਲਗਾਈ ਗਈ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ। ਸਪੈਸ਼ਲ ਵੀ ਆ, ਖਾਲੀ ਵੱਡੀ ਨਹੀਂ। ਇਹ ਪੂਰੀ ਬਾਡੀ ਦੇ ਨਾਲ ਨਾਲ ਤੁਹਾਡੇ ਪੈਰਾਂ ਨੂੰ ਵੀ ਡਿਸਇਨਫੈਕਟ ਕਰਦੀ ਆ, ਪੈਰਾਂ ਨੂੰ ਵੀ ਧੋਂਦੀ ਆ, ਕਿਉਂਕਿ ਪਾਣੀ ਨਾਲ ਪੈਰ ਧੋਣ ਦੀ ਪਾਬੰਦੀ ਆ। ਇਸ ਕਰਕੇ ਅਸੀਂ ਇਹਦਾ ਸਬਸਟੀਟਿਊਟ ਲੈ ਕੇ ਆਂਦਾ ਹੈ ਔਰ ਤੁਹਾਡੇ ਪੈਰ ਵੀ ਧੁਲ ਜਾਂਦੇ ਨੇ। ਔਰ ਉਹਦੇ ਬਾਅਦ ਤੁਸੀਂ ਅਗਰ ਇੱਥੇ ਆਓਗੇ ਤੇ ਸਾਰਾ ਅਸੀਂ ਇੱਕ ਘੰਟੇ ਬਾਅਦ ਸੈਨੀਟਾਈਜ਼ ਕਰਦੇ ਹਾਂ ਤਾਂ ਕਿ ਕਿਸੇ ਵੀ ਆਦਮੀ ਦੇ ਇਨਫੈਕਸ਼ਨ ਕੋਈ ਇਸੇ ਤਰੀਕੇ ਨਾਲ ਅੰਦਰ ਨਾ ਜਾਵੇ। ਪਰ ਸਰਕਾਰਾਂ ਵੱਲੋਂ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀਗੀਆਂ ਫਿਲਹਾਲ ਕਿ ਤੁਸੀਂ ਪ੍ਰਸ਼ਾਦ ਨਹੀਂ ਵਰਤਾਣਾ, ਜਿਹੜਾ ਤੁਸੀਂ ਇੱਥੇ ਜਲ ਦੇ ਰਹੇ ਹੋ ਉਹ ਸੰਗਤ ਤੱਕ ਨਹੀਂ ਪਹੁੰਚਾਉਣਾ ਕਿਉਂਕਿ ਖਤਰਾ ਹੋ ਸਕਦਾ। ਬਿਲਕੁਲ ਤੁਸੀਂ ਧਿਆਨ ਰੱਖ ਰਹੇ ਹੋ, ਹਰੇਕ ਨੂੰ ਸੈਨੀਟਾਈਜ਼ ਕਰ ਰਹੇ ਹੋ, ਬਾਕਾਇਦਾ ਸੇਵਾਦਾਰ ਵੀ ਇੱਥੇ ਖੜੇ ਕੀਤੇ ਹੋਏ ਨੇ, ਪਰ ਇਹ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ। ਹਾਂ, ਸਰਕਾਰ ਨੇ ਗੱਲ ਕਹੀ, ਬੜੀ ਕਨਫਿਊਜ਼ਿੰਗ ਸੀਗੀ ਉਹ ਹਦਾਇਤ। ਸਰਕਾਰ ਕਹਿ ਰਹੀ ਆ ਕਿ ਤੁਸੀਂ ਲੰਗਰ ਛਕਾਓ ਔਰ ਜਲ ਛਕਾਓ। ਜਦੋਂ ਲੰਗਰ ਦਿਆਂਗੇ, ਪਾਣੀ ਦਿਆਂਗੇ ਤੇ ਉਹਦੇ ਅੰਦਰ ਤੇ 10 ਲੋਕ ਇਨਵੋਲਵ ਹੁੰਦੇ ਨੇ। ਇੱਕ ਆਦਮੀ ਜਲ ਦੇਗਾ, ਦੂਜਾ ਪਲੇਟ ਦੇਗਾ, ਤੀਜਾ ਪ੍ਰਸ਼ਾਦਾ ਦੇਗਾ, ਚੌਥਾ ਦਾਲ ਦੇਗਾ, ਇੱਕ ਦਹੀਂ ਦੇਗਾ, ਦੁਬਾਰਾ ਉਸ ਤੋਂ ਬਾਅਦ ਪਲੇਟ ਚੁੱਕੇਗਾ ਝੂਠੀ। ਲੇਕਿਨ ਇੱਥੇ ਤੇ ਕੇਵਲ ਇਹ 1 to 1 ਆਦਮੀ ਇਨਵੋਲਵ ਹੁੰਦਾ ਹੈ। ਸੋ ਉੱਥੇ ਜਲ ਦਈਏ, ਇੱਥੇ ਜਲ ਨਾ ਦਈਏ, ਉੱਥੇ ਪ੍ਰਸ਼ਾਦ ਦਈਏ, ਇੱਥੇ ਪ੍ਰਸ਼ਾਦ ਨਾ ਦਈਏ, ਇਹ ਕੰਟਰਾਡਿਕਟਰੀ ਹੈ ਇੱਕ ਦੂਜੇ ਤੋਂ। ਇਸ ਕਰਕੇ ਹੀ ਮੈਂ ਹੈਲਥ ਮਿਨਿਸਟਰ ਸਾਹਿਬ ਡਾਕਟਰ ਹਰਸ਼ਵਰਧਨ ਜੀ ਨਾਲ ਇਹ ਗੱਲ ਨੂੰ ਟੇਕ ਅਪ ਕੀਤਾ ਸੀਗਾ ਕਿ ਇਹ ਤੁਸੀਂ ਗਲਤ, ਤੁਹਾਡੇ ਅਫਸਰ ਜਿਹੜੇ ਬੈਠੇ ਨੇ ਉਹ ਬਿਨਾਂ ਦਿਮਾਗ ਤੋਂ ਕੰਮ ਕਰਦੇ ਪਏ ਨੇ। ਪ੍ਰੈਕਟੀਕਲੀ ਪਹਿਲਾਂ ਉਹਨਾਂ ਨੂੰ ਹੋਣਾ ਪਊਗਾ। ਤੁਸੀਂ ਦਵਾਈ ਦੀ ਦੁਕਾਨ ਤੋਂ ਦਵਾਈ ਖਰੀਦ ਸਕਦੇ, ਮਠਿਆਈ ਦੀ ਦੁਕਾਨ ਤੋਂ ਮਠਿਆਈ ਖਰੀਦ ਸਕਦੇ, ਰੈਸਟੋਰੈਂਟ ਤੋਂ ਖਾਣਾ ਖਾ ਸਕਦੇ, ਤੇ ਫਿਰ ਇੱਥੇ ਜਲ ਕਿਉਂ ਨਹੀਂ ਲੈ ਸਕਦੇ ਜੀ? ਮਤਲਬ ਬੜਾ ਕਨਫਿਊਜ਼ਿੰਗ ਆ, ਜਿਹੜੀ ਉਹਨੂੰ ਕਲੈਰਿਟੀ ਨਹੀਂ ਆਪ ਨੂੰ ਖੁਦ ਨੂੰ ਹੈਗੀ। ਸੰਗਤ ਦੇ ਵਿੱਚ ਕਿਤੇ ਨਾ ਕਿਤੇ ਖੁਸ਼ੀ ਜ਼ਰੂਰ ਹੈ ਕਿਉਂਕਿ ਜਿਹੜੇ ਇੱਕ ਨਿਯਮ ਬਣ ਜਾਂਦਾ ਸੀਗਾ ਸਵੇਰੇ ਨਿਤਨੇਮ, ਜਦੋਂ ਸਵੇਰੇ ਨਿਤਨੇਮ ਕਰਨਾ, ਗੁਰਦੁਆਰਾ ਸਾਹਿਬ ਨਤਮਸਤਕ ਹੋਣਾ, ਸੁਖਾਸਨ ਵੇਲੇ ਉਹਨਾਂ ਦਾ ਦਿਨ ਬੀਤਣਾ, ਤੇ ਇੱਕ ਅੱਜ ਖੁਸ਼ੀ ਜ਼ਰੂਰ ਹੈਗੀ ਹੈ ਸੰਗਤ ਦੇ ਵਿੱਚ। ਯਕੀਨੀ ਤੌਰ ਤੇ ਜੀ, ਮੈਂ ਹਜ਼ਾਰਾਂ ਲੋਕਾਂ ਦੇ ਨਾਲ ਪਿਛਲੇ ਦਿਨਾਂ 'ਚ ਗੱਲਬਾਤ ਜਦੋਂ ਹੁੰਦੀ ਸੀ, ਸਾਰੇ ਇਹੀ ਕਹਿੰਦੇ ਸੀਗੇ, ਤੜਪਦੇ ਸੀਗੇ ਦਰਸ਼ਨਾਂ ਨੂੰ। ਲੇਕਿਨ ਮੈਂ ਫਿਰ ਕਹਾਂ, ਲੋਕਾਂ 'ਚ ਮਨ 'ਚ ਅਜੇ ਵੀ ਖੌਫ ਆ। ਲੋਕ ਅਜੇ ਘਰੋਂ ਨਿਕਲਣ 'ਚ ਡਰਦੇ ਪਏ ਨੇ ਕਿਉਂਕਿ ਦਿੱਲੀ ਅੰਦਰ ਮਹਾਮਾਰੀ ਬਹੁਤ ਵਧੀ ਤਰੀਕੇ ਨਾਲ ਵੱਧ ਰਹੀ ਆ ਔਰ ਇਹਦਾ ਹਸਪੀਟਲਾਂ ਦਾ ਨਾ ਹੋਣਾ, ਹੈਲਥ ਸਿਸਟਮ ਦਾ ਫੇਲ ਹੋ ਜਾਣਾ ਬਹੁਤ ਵੱਡਾ ਇੱਕ ਕਾਰਨ ਹੈ ਜਿਹੜਾ ਲੋਕਾਂ ਦੇ ਮਨ 'ਚ ਡਰ ਬੈਠ ਗਿਆ। ਔਰ ਇਹ ਡਰ ਵੀ ਜਿਹੜਾ ਹੈ ਇਹ ਗੁਰੂ ਸਥਾਨਾਂ ਤੋਂ ਹੀ ਨਿਕਲ ਸਕਦਾ ਹੈ। ਇਹ ਤਾਕਤ ਇੱਥੋਂ ਹੀ ਮਿਲਦੀ ਆ। ਇਹ ਤਾਕਤ ਦੇ ਸੋਮੇ ਨੇ। ਧਾਰਮਿਕ ਸਥਾਨ ਜਿਹੜੇ ਨੇ, ਗੁਰਦੁਆਰੇ ਜਿਹੜੇ ਨੇ, ਇਹ ਤਾਕਤ ਦੇ ਸੋਮੇ ਆ। ਔਰ ਕਰੋਨਾ ਕੀ ਆ? ਕਰੋਨਾ ਕਮਜ਼ੋਰ ਆਦਮੀ ਨੂੰ ਮਾਰ ਦਿੰਦਾ ਹੈ ਔਰ ਤਾਕਤਵਰ ਆਦਮੀ ਕਰੋਨਾ ਨੂੰ ਮਾਰ ਦਿੰਦਾ ਹੈ। ਸੋ ਲੜਾਈ ਕਮਜ਼ੋਰ ਔਰ ਤਾਕਤਵਰ ਦੀ ਆ। ਤੇ ਤਾਕਤ ਤੁਹਾਨੂੰ ਕਿੱਥੋਂ ਮਿਲਣੀ ਆ? ਗੁਰੂ ਸਥਾਨ ਤੋਂ ਮਿਲਣੀ ਆ। ਇਹ ਗੁਰਦੁਆਰਾ ਸਾਹਿਬ ਤੋਂ ਹੀ ਤੁਹਾਨੂੰ ਤਾਕਤ ਮਿਲਦੀ ਆ ਔਰ ਇਹੀ ਤੁਹਾਡੀ ਵਿਲ ਪਾਵਰ ਸਟਰੋਂਗ ਕਰਦਾ, ਇਹੀ ਤੁਹਾਨੂੰ ਪੋਜ਼ਿਟਿਵ ਕਰਦਾ। ਇਸ ਕਰਕੇ ਜਿਹੜੇ ਲੋਕਾਂ ਦੀ ਧਰਮ ਦੇ ਨਾਲ ਆਸਥਾ ਹੈ ਉਹਨਾਂ ਨੂੰ ਇਹ ਡਰਨ ਦੀ ਲੋੜ ਨਹੀਂ, ਉਹਨਾਂ ਨੂੰ ਤਕੜੇ ਹੋ ਕੇ ਇਹ ਨਾਲ ਲੜਨ ਦੀ ਲੋੜ ਹੈ। ਪਰ ਇੱਕ ਗੱਲ ਇੱਥੇ ਨੋਟ ਕਰਨ ਵਾਲੀ ਹੋਏਗੀ, ਠੀਕ ਹੈ ਸੰਗਤ ਆ ਰਹੀ ਹੈ, ਤੁਸੀਂ ਟੈਂਪਰੇਚਰ ਵੀ ਚੈੱਕ ਕਰ ਰਹੇ ਹੋ, ਸੈਨੀਟਾਈਜ਼ ਵੀ ਕਰਵਾ ਰਹੇ ਹੋ, ਪਰ ਅਗਰ ਇਨ ਕੇਸ ਟੈਂਪਰੇਚਰ ਕਿਸੇ ਦਾ ਜ਼ਿਆਦਾ ਆਉਂਦਾ ਹੈ ਤੇ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੀ ਕਰੇਗੀ? ਨਹੀਂ ਦੇਖੋ, ਅਸੀਂ ਤੁਹਾਨੂੰ ਅਲੱਗ ਕਮਰੇ 'ਚ ਭੇਜ ਦੇਣਾ ਔਰ ਉਸ ਤੋਂ ਬਾਅਦ ਉਹਨੂੰ ਕਹਿਣਾ ਡਾਕਟਰ ਨੂੰ ਐਡਵਾਈਸ ਕਰਨਾ। ਇਸ ਤੋਂ ਜ਼ਿਆਦਾ ਸਾਡਾ ਕੋਈ ਰੋਲ ਨਹੀਂ ਹੋ ਸਕਦਾ ਕਿਉਂਕਿ ਹੈਲਥ ਸਰਵਿਸਿਜ਼ ਦਾ ਕੰਮ ਹੈ, ਇਹ ਦਿੱਲੀ ਸਰਕਾਰ ਦਾ ਕੰਮ ਹੈ, ਗੁਰਦੁਆਰੇ ਦਾ ਕੰਮ ਨਹੀਂ ਹੋ ਸਕਦਾ। ਸੋ ਬਿਲਕੁਲ ਇਹ ਸਨ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ। ਸੰਗਤ ਵੀ ਇੱਥੇ ਪਹੁੰਚ ਰਹੀ ਹੈ, ਸੰਗਤ ਦੇ ਨਾਲ ਵੀ ਗੱਲ ਕਰਾਂਗੇ ਕਿ ਅੱਜ ਦਾ ਦਿਨ ਜਦੋਂ ਧਾਰਮਿਕ ਸਥਾਨ ਖੁੱਲ੍ਹੇ ਨੇ, ਦਰਸ਼ਨ ਕਰਨ ਪਹੁੰਚ ਰਹੇ ਨੇ, ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ। ਸਿੰਘ ਜੀ, ਅੱਜ ਗੁਰਧਾਮ ਖੁੱਲ੍ਹੇ ਨੇ, ਸੰਗਤ ਪਹੁੰਚਣ ਲੱਗੀ ਹੈ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? 2.5-3 ਮਹੀਨੇ ਬਾਅਦ ਤੁਸੀਂ ਦਰਸ਼ਨ ਕਰ ਰਹੇ ਹੋ। बहुत अच्छा जी, बहुत अच्छा महसूस हो रहा। सच्चे पातशाह ने वो दिन दोबारा दिखाया कि संगत आके बाबा जी के नतमस्तक हो सके, दर्शन कर सके। बहुत ਸੋ ਬਿਲਕੁਲ ਇੱਥੇ ਸੰਗਤ ਜ਼ਰੂਰ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ 2.5-3 ਮਹੀਨੇ ਬਾਅਦ ਇੱਥੇ ਸੰਗਤ ਪਹੁੰਚ ਰਹੀ ਹੈ ਦਰਸ਼ਨ ਕਰਨ ਵਾਸਤੇ। ਸੋ ਆਪਣੇ ਆਪ ਨੂੰ ਬੜਾ ਭਾਗਾ ਸਮਝ ਰਹੀ ਹੈ ਕਿ ਸ਼ੁਕਰ ਹੈ ਰੱਬਾ ਕਿ ਅਸੀਂ ਤੇਰੇ ਦਰ ਤੇ ਦੁਬਾਰਾ ਆਏ ਹਾਂ ਦਰਸ਼ਨ ਕਰਨ ਵਾਸਤੇ ਤੇ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ। ਹੋਰ ਵੀ ਸੰਗਤ ਇੱਥੇ ਪਹੁੰਚ ਰਹੀ ਹੈ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਕਿੱਦਾਂ ਦਾ ਉਹ ਮਹਿਸੂਸ ਕਰ ਰਹੇ ਨੇ। ਸਿੰਘ ਸਾਹਿਬ, 2.5-3 ਮਹੀਨੇ ਬਾਅਦ ਇੱਥੇ ਤੁਸੀਂ ਪਹੁੰਚੇ ਹੋ ਦਰਸ਼ਨ ਕਰਨ ਵਾਸਤੇ ਸੰਗਤ। ਬਹੁਤ ਖੁਸ਼ੀ ਹੋਈ ਹੈ ਜੀ, ਪਰਮਾਤਮਾ ਜੀ ਨੇ ਵੇਲਾ ਬਖਸ਼ਿਆ, 2.5 ਮਹੀਨੇ ਬਾਅਦ ਦਰਸ਼ਨ ਕਰਨ ਦੀ ਕਿਰਪਾਲਤਾ ਕੀਤੀ ਹੈ। ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ। ਉਸ ਪਰਮਾਤਮਾ ਦਾ ਸੰਸਾਰ 'ਚ ਇਹ ਕਰੋਨਾ ਦੀ ਬਿਮਾਰੀ ਜਿਹੜੀ ਫੈਲੀ ਹੈ ਇਹਦਾ ਕਲਿਆਣ ਹੋਏ। ਪਰਮਾਤਮਾ ਸਭ ਦਾ ਭਲਾ ਕਰੇਗਾ, ਸਰਬਤ ਸਾਧ ਸੰਗਤ ਦਾ ਭਲਾ, ਦੇਸ਼ ਤੇ ਦੀ ਤਰੱਕੀ ਕਰਕੇ ਅੰਗ ਸੰਗ ਸਾਰੀ ਸਿੱਧੀ ਪੈਰਾ ਬਖਸ਼ਾ ਨਿਹਾਲ ਕਰੇ। ਪਰਮਾਤਮਾ ਸਭ ਨੂੰ ਦਰਸ਼ਨ ਦੇ ਜੀ ਅਭਿਲਾਸ਼ਾ ਬਖਸ਼ੇ। ਸੋ ਬਿਲਕੁਲ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕੀਤੀ ਜਾ ਰਹੀ ਹੈ ਕਿ ਹਰੇਕ ਸੰਗਤ, ਹਰ ਸੰਗਤ ਇੱਥੇ ਪਹੁੰਚੇ ਤੇ ਉਹ ਦਰਸ਼ਨ ਕਰੇ। ਇੱਥੇ ਅੱਜ ਉਹ ਸੰਗਤ ਵੀ ਪਹੁੰਚੀ ਹੈ ਜਿਹੜੀ ਇੱਥੇ ਸੇਵਾ ਕਰ ਰਹੇ ਨੇ। ਭਾਈ 2.5-3 ਮਹੀਨੇ ਬਾਅਦ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਨੂੰ ਮਿਲੇ ਨੇ, ਅੱਜ ਤੁਸੀਂ ਸੇਵਾ ਵੀ ਕਰ ਰਹੇ ਹੋ ਇੱਥੇ,
ਮੈਨੂੰ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਫਿਰ ਗੁਰੂ ਸਾਹਿਬ ਨੇ ਆਪਣੇ ਚਰਨਾਂ ਨਾਲ ਜੋੜਿਆ ਇੰਨੇ ਟਾਈਮ ਦੇ ਬਾਅਦ। ਅਸੀਂ ਤੇ ਬਹੁਤ ਬੇਹਾਲ ਹੋਏ ਪਏ ਸੀਗੇ ਗੁਰੂ ਸਾਹਿਬ ਤੋਂ ਬਿਨਾ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਆ ਕੇ। ਪਰ ਇੱਥੇ ਸਰਕਾਰਾਂ ਵੱਲੋਂ ਇਹ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਕਿ ਤੁਸੀਂ ਹਲੇ ਪ੍ਰਸ਼ਾਦ ਨਹੀਂ ਦੇਣਾ, ਇੱਥੇ ਜਲ ਨਹੀਂ ਛਕਾਣਾ, ਪਰ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸੰਗਤ ਦਾ ਧਿਆਨ ਰੱਖਦੇ ਹੋਏ ਇੱਥੇ ਪ੍ਰਸ਼ਾਦ ਵਰਤਾਉਣਾ ਸ਼ੁਰੂ ਕਰ ਦਿੱਤਾ ਹੈ। ਦੇਖੋ ਜੀ, ਜਿੱਥੇ ਤੱਕ ਅੰਮ੍ਰਿਤ ਦੀ ਗੱਲ ਹੈਗੀ ਤੇ ਅੰਮ੍ਰਿਤ ਕਰਕੇ ਹੀ ਇਹ ਗੁਰੂ ਸਾਹਿਬ ਦੀ ਇੱਥੇ ਬਖਸ਼ਿਸ਼ ਹੈਗੀ। ਅੰਮ੍ਰਿਤ ਕਰਕੇ ਕਿ ਰੋਗ ਠੀਕ ਹੁੰਦੇ ਨੇ, ਤੇ ਜਾਂ ਆਪਾਂ ਇਹੀ ਬੰਦ ਕਰ ਦਾਂਗੇ ਤੇ ਫਿਰ ਸੰਗਤ ਕੀ ਲੈ ਕੇ ਜਾਵੇਗੀ ਇੱਥੋਂ। ਤੇ ਪ੍ਰਸ਼ਾਦ ਤੇ ਗੁਰੂ ਸਾਹਿਬ ਦੀ ਮਰਿਆਦਾ ਹੈ, ਇਹ ਤੇ ਗੁਰੂ ਘਰ ਦੀ ਮਰਿਆਦਾ ਵਾ ਪ੍ਰਸ਼ਾਦ ਦੀ ਸੰਗਤ ਦੀ। ਸੋ ਬਿਲਕੁਲ ਸੰਗਤ ਵੱਲੋਂ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੀ ਮਰਿਆਦਾ ਹੈਗੀ ਹੈ ਪ੍ਰਸ਼ਾਦ ਵਰਤਾਉਣਾ, ਤੇ ਬਿਨਾਂ ਪ੍ਰਸ਼ਾਦ ਤੋਂ ਇੱਥੇ ਜਿਹੜਾ ਹੈਗਾ ਉਹ ਨਹੀਂ ਰਿਹਾ ਜਾ ਸਕਦਾ। ਸੰਗਤ ਜੀ ਨੇ ਘਰ ਲੈ ਕੇ ਜਾਣਾ, ਉਹ ਇੱਥੋਂ ਪ੍ਰਸ਼ਾਦ ਹੀ ਲੈ ਕੇ ਜਾਏਗੀ ਆਪਣੇ ਘਰ ਵਾਸਤੇ, ਕਿਉਂਕਿ ਜਿਹੜੇ ਵਾਲੇ ਇੱਥੇ ਨਹੀਂ ਆ ਰਹੇ, ਜਿਹੜੇ ਬਜ਼ੁਰਗ ਹੈਗੇ ਨੇ, ਜਿਹੜੇ ਨਹੀਂ ਆ ਸਕਦੇ, ਉਹਨਾਂ ਨੂੰ ਘਰ ਲਿਜਾ ਕੇ ਪ੍ਰਸ਼ਾਦ ਦਿੱਤਾ ਜਾਵੇਗਾ। ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਬਸ ਹੈ ਨਹੀਂ। ਮੈਨੂੰ ਦਿਓ ਇਜਾਜ਼ਤ, ਧੰਨਵਾਦ।